प्यारे विद्यार्थियों, सत श्री अकाल। मैं नीरज सिंह कंवर, BM साइंस, ਜ਼ਿਲ੍ਹਾ ਹੁਸ਼ਿਆਰਪੁਰ, ਬਲਾਕ 1A, ਜਮਾਤ 10ਵੀਂ ਦੇ 6ਵੇਂ ਅਧਿਆਏ ਜੈਵਿਕ ਪ੍ਰਕਿਰਿਆਵਾਂ ਪਾਠ ਦੇ ਪੈਸ ਆਧਾਰਿਤ ਪ੍ਰਸ਼ਨਾਂ ਬਾਰੇ ਅੱਜ ਤੁਹਾਡੇ ਨਾਲ ਚਰਚਾ ਕਰਨ ਜਾ ਰਿਹਾ ਹਾਂ। ਅੱਜ ਅਸੀਂ ਇਹ ਜਾਣਾਂਗੇ ਕਿ ਇਸ ਪਾਠ ਦੇ ਆਮ ਪ੍ਰਸ਼ਨਾਂ ਨੂੰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਜੋੜ ਕੇ ਕਿਸ ਤਰ੍ਹਾਂ ਪੈਸ ਆਧਾਰਿਤ ਪ੍ਰਸ਼ਨਾਂ ਵਿੱਚ ਬਦਲ ਸਕਦੇ ਹਾਂ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਆਸਾਨੀ ਨਾਲ ਹੱਲ ਕਰ ਸਕਦੇ ਹਾਂ। ਪਿਆਰੇ ਬੱਚਿਓ, ਤੁਸੀਂ ਆਪਣੀ ਕਾਪੀ ਅਤੇ ਪੈਨ ਲੈ ਕੇ ਧਿਆਨ ਨਾਲ ਇਸ ਲੈਕਚਰ ਨੂੰ ਸੁਣਨਾ ਹੈ ਅਤੇ ਪ੍ਰਸ਼ਨਾਂ ਨੂੰ ਆਪਣੀ ਕਾਪੀ ਉੱਤੇ ਨੋਟ ਕਰਨਾ ਹੈ ਤਾਂ ਕਿ ਬਾਅਦ ਵਿੱਚ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਅਤੇ ਯਾਦ ਕਰਕੇ ਆਉਣ ਵਾਲੀ ਪੈਸ ਦੀ ਪ੍ਰੀਖਿਆ ਵਿੱਚ ਵਧੀਆ ਅੰਕ ਹਾਸਲ ਕਰ ਸਕੋ। ਸਾਡਾ ਪਹਿਲਾ ਪ੍ਰਸ਼ਨ ਹੈ, ਅਧਿਆਪਕ ਨੇ ਮਨੁੱਖੀ ਪਾਚਨ ਪ੍ਰਣਾਲੀ ਦਾ ਇੱਕ 3D ਮਾਡਲ ਵਿਦਿਆਰਥੀਆਂ ਨੂੰ ਦਿਖਾਇਆ। ਵਿਦਿਆਰਥੀਆਂ ਨੂੰ ਜਿਗਿਆਸਾ ਹੋਈ ਕਿ ਮੈਦੇ ਦਾ ਕੀ ਕੰਮ ਹੈ। ਅਧਿਆਪਕ ਨੇ ਦੱਸਿਆ ਕਿ ਮੈਦੇ ਵਿੱਚ ਡੈਸ਼ ਤੇਜ਼ਾਬ ਹੁੰਦਾ ਹੈ ਜੋ ਕਿ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ। ਇਸ ਦੀਆਂ 4 ਆਪਸ਼ਨਾਂ ਹੇਠਾਂ ਦਿੱਤੀਆਂ ਗਈਆਂ ਹਨ। ਪਹਿਲੀ ਸਲਫਿਊਰਿਕ ਐਸਿਡ, ਦੂਜੀ ਨਾਈਟ੍ਰਿਕ ਐਸਿਡ, ਤੀਜੀ ਹਾਈਡਰੋਕਲੋਰਿਕ ਐਸਿਡ ਅਤੇ ਚੌਥੀ ਇਹਨਾਂ ਵਿੱਚੋਂ ਕੋਈ ਨਹੀਂ। ਪਿਆਰੇ ਵਿਦਿਆਰਥੀਓ, ਤੁਸੀਂ ਧਿਆਨ ਨਾਲ ਚਿੱਤਰ ਨੂੰ ਵੇਖ ਕੇ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਭੋਜਨ ਜਦੋਂ ਸਾਡੇ ਮੈਦੇ ਵਿੱਚ ਜਾਂਦਾ ਹੈ ਤਾਂ ਮੈਦੇ ਵਿੱਚ ਇੱਕ ਪਾਚਕ ਰਸ, ਜਿਹਨੂੰ ਅਸੀਂ ਐਸਿਡ ਕਹਿੰਦੇ ਹਾਂ, ਉਹ ਪੈਦਾ ਹੋ ਕੇ ਇਸ ਭੋਜਨ ਨਾਲ ਮਿਲ ਕੇ ਇਹਨੂੰ ਪਚਾਉਣ ਦੇ ਵਿੱਚ ਮਦਦ ਕਰਦਾ ਹੈ। ਹੁਣ ਅਸੀਂ ਆਪਸ਼ਨਾਂ ਵੱਲ ਨਜ਼ਰ ਮਾਰੀਏ ਤੇ ਪਹਿਲੀ ਆਪਸ਼ਨ ਸਲਫਿਊਰਿਕ ਐਸਿਡ ਤੇ ਦੂਜੀ ਨਾਈਟ੍ਰਿਕ ਐਸਿਡ, ਇਹ ਸਾਡੇ ਲੈਬੋਰੇਟਰੀ ਵਿੱਚ ਐਸਿਡ ਵਜੋਂ ਵਰਤੇ ਜਾਂਦੇ ਹਨ। ਇਹਨਾਂ ਦਾ ਸਾਡੇ ਮੈਦੇ ਵਿੱਚ ਕੋਈ ਰੋਲ ਨਹੀਂ ਹੈ। ਤੀਜੀ ਹੈ ਹਾਈਡਰੋਕਲੋਰਿਕ ਐਸਿਡ ਤੇ ਚੌਥੀ ਹੈ ਇਹਨਾਂ ਵਿੱਚੋਂ ਕੋਈ ਨਹੀਂ। ਹਾਈਡਰੋਕਲੋਰਿਕ ਤੇਜ਼ਾਬ ਸਾਡੇ ਸਰੀਰ ਵਿੱਚ ਪੈਦਾ ਹੁੰਦਾ ਹੈ ਜੋ ਕਿ ਭੋਜਨ ਪਚਾਉਣ ਵਿੱਚ ਮਦਦ ਕਰਦਾ। ਇਸ ਪ੍ਰਸ਼ਨ ਦਾ ਉੱਤਰ ਹੈ ਤੀਜੀ ਆਪਸ਼ਨ ਯਾਨੀ ਈੜੀ ਹਾਈਡਰੋਕਲੋਰਿਕ ਐਸਿਡ, ਜਿਸ ਨੂੰ ਅਸੀਂ HCl ਵੀ ਕਹਿੰਦੇ ਹਾਂ। ਇਸ ਤੇਜ਼ਾਬ ਦਾ ਐਕੋ ਸੋਲੂਸ਼ਨ ਯਾਨੀ ਜਲੇਈ ਘੋਲ, ਪਤਲਾ ਘੋਲ ਸਾਡੇ ਮੈਦੇ ਵਿੱਚ ਮੌਜੂਦ ਹੁੰਦਾ ਹੈ ਜੋ ਕਿ ਭੋਜਨ ਨਾਲ ਮਿਲ ਕੇ ਉਸ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਵਿਦਿਆਰਥੀਆਂ ਨੇ ਇੱਕ ਕਿਰਿਆ ਕੀਤੀ ਜਿਸ ਵਿੱਚ ਉਹਨਾਂ ਨੇ ਚੂਨੇ ਦੇ ਪਾਣੀ ਵਿੱਚ ਫੂਕਾਂ ਮਾਰੀਆਂ। ਕੁਝ ਸਮੇਂ ਬਾਅਦ ਚੂਨੇ ਦਾ ਪਾਣੀ ਦੁਧੀਆ ਹੋ ਗਿਆ। ਇਹ ਕਿਹੜੀ ਗੈਸ ਕਾਰਨ ਹੋਇਆ? ਇਸ ਦੀਆਂ 4 ਆਪਸ਼ਨਾਂ ਹੇਠਾਂ ਦਿੱਤੀਆਂ ਗਈਆਂ ਹਨ। ਪਹਿਲੀ O2 ਗੈਸ ਯਾਨੀ ਆਕਸੀਜਨ ਗੈਸ, ਦੂਜੀ N2 ਗੈਸ ਯਾਨੀ ਨਾਈਟ੍ਰੋਜਨ ਗੈਸ, ਤੀਜੀ H2 ਗੈਸ ਯਾਨੀ ਹਾਈਡਰੋਜਨ ਗੈਸ, ਚੌਥੀ CO2 ਗੈਸ ਯਾਨੀ ਕਾਰਬਨ ਡਾਈਆਕਸਾਈਡ ਗੈਸ। ਪਿਆਰੇ ਵਿਦਿਆਰਥੀਓ, ਤੁਸੀਂ ਇੱਧਰ ਨੂੰ ਧਿਆਨ ਨਾਲ ਵੇਖੋ। ਇਸ ਵਿੱਚ ਇੱਕ ਟੈਸਟ ਟਿਊਬ ਵਿੱਚ ਲਾਈਮ ਵਾਟਰ ਯਾਨੀ ਚੂਨੇ ਦਾ ਪਾਣੀ ਲਿਆ ਗਿਆ ਹੈ ਜਿਸ ਦਾ ਰਸਾਇਣਿਕ ਨਾਮ ਕੈਲਸ਼ੀਅਮ ਹਾਈਡਰੋਕਸਾਈਡ ਹੁੰਦਾ ਹੈ। ਜੇ ਅਸੀਂ ਇਸ ਵਿੱਚ ਆਪਣੇ ਸਾਹ ਨਾਲ ਫੂਕਾਂ ਮਾਰੀਏ ਤੇ ਸਾਡੇ ਸਾਹ ਕਿਰਿਆ ਦੁਆਰਾ ਪੈਦਾ ਹੋਈ ਕਾਰਬਨ ਡਾਈਆਕਸਾਈਡ ਗੈਸ ਇਸ ਘੋਲ ਨੂੰ ਦੁਧੀਆ ਕਰ ਦਿੰਦੀ ਹੈ, ਕਿਉਂਕਿ ਸਾਡੇ ਸਾਹ ਵਿੱਚੋਂ ਨਿਕਲੀ ਕਾਰਬਨ ਡਾਈਆਕਸਾਈਡ ਗੈਸ ਜਦੋਂ ਲਾਈਮ ਵਾਟਰ ਯਾਨੀ ਕੈਲਸ਼ੀਅਮ ਹਾਈਡਰੋਕਸਾਈਡ ਦੇ ਘੋਲ ਨਾਲ ਕਿਰਿਆ ਕਰਦੀ ਹੈ ਤੇ ਕੈਲਸ਼ੀਅਮ ਕਾਰਬੋਨੇਟ ਇੱਕ ਨਵਾਂ ਪਦਾਰਥ ਬਣਾ ਦਿੰਦੀ ਹੈ ਜੋ ਕਿ ਚਿੱਟੇ ਰੰਗ ਦਾ ਪਾਊਡਰ ਹੁੰਦਾ ਹੈ ਔਰ ਉਹ ਇਸ ਘੋਲ ਨੂੰ ਦੁਧੀਆ ਕਰ ਦਿੰਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਸੱਸਾ ਯਾਨੀ ਕਾਰਬਨ ਡਾਈਆਕਸਾਈਡ ਗੈਸ, CO2 ਗੈਸ। ਕਿਉਂਕਿ CO2 ਗੈਸ ਸਾਹ ਕਿਰਿਆ ਦੁਆਰਾ ਪੈਦਾ ਹੁੰਦੀ ਹੈ ਅਤੇ ਫੂਕਾਂ ਮਾਰਨ ਨਾਲ ਇਹ ਗੈਸ ਲਾਈਮ ਵਾਟਰ ਵਿੱਚ ਪ੍ਰਵੇਸ਼ ਕਰਕੇ ਕੈਲਸ਼ੀਅਮ ਹਾਈਡਰੋਕਸਾਈਡ ਨਾਲ ਜੁੜ ਕੇ ਕੈਲਸ਼ੀਅਮ ਕਾਰਬੋਨੇਟ ਇੱਕ ਨਵਾਂ ਪਦਾਰਥ ਬਣਾਉਂਦੀ ਹੈ ਜੋ ਕਿ ਚਿੱਟੇ ਰੰਗ ਦਾ ਪਾਊਡਰ ਹੁੰਦਾ ਹੈ ਅਤੇ ਜਿਸ ਕਰਕੇ ਸਾਡਾ ਘੋਲ ਦੁਧੀਆ ਹੋ ਜਾਂਦਾ ਹੈ।
ਸਾਡਾ ਅਗਲਾ ਪ੍ਰਸ਼ਨ ਹੈ, ਅਮਿਤ ਨੇ ਐਕੁਆਰੀਅਮ ਵਿੱਚ ਮੱਛੀਆਂ ਨੂੰ ਤੈਰਦਿਆਂ ਵੇਖਿਆ। ਉਹ ਇਹ ਜਾਣਨ ਲਈ ਉਤਸੁਕ ਸੀ ਕਿ ਮੱਛੀਆਂ ਸਾਹ ਕਿਵੇਂ ਲੈਂਦੀਆਂ ਹਨ। ਅਧਿਆਪਕ ਨੂੰ ਪੁੱਛਣ 'ਤੇ ਉਸਨੂੰ ਪਤਾ ਲੱਗਾ ਕਿ ਮੱਛੀਆਂ ਡੈਸ਼ ਦੁਆਰਾ ਸਾਹ ਲੈਂਦੀਆਂ ਹਨ। ਹੇਠਾਂ ਦਿੱਤੇ ਚਿੱਤਰ ਵਿੱਚ ਤੁਸੀਂ ਮੱਛੀਆਂ ਦੇ ਐਕੁਆਰੀਅਮ ਨੂੰ ਵੇਖ ਸਕਦੇ ਹੋ। ਇਸ ਦੀਆਂ 4 ਆਪਸ਼ਨਾਂ ਹੇਠਾਂ ਦਿੱਤੀਆਂ ਗਈਆਂ ਹਨ। ਪਹਿਲੀ ਫੇਫੜੇ, ਦੂਜੀ ਗਿਲਜ਼, ਤੀਜੀ ਚਮੜੀ ਅਤੇ ਚੌਥੀ ਨੱਕ। ਮਨੁੱਖਾਂ ਵਿੱਚ ਸਾਹ ਕਿਰਿਆ ਫੇਫੜੇ ਦੁਆਰਾ ਕੀਤੀ ਜਾਂਦੀ ਹੈ। ਡੱਡੂ ਚਮੜੀ ਦੁਆਰਾ ਸਾਹ ਕਿਰਿਆ ਕਰਦੇ ਹਨ ਅਤੇ ਨੱਕ ਰਾਹੀਂ ਸਾਹ ਕਿਰਿਆ ਕਈ ਹੋਰ ਜੰਤੂਆਂ ਵਿੱਚ ਕੀਤੀ ਜਾਂਦੀ ਹੈ, ਪਰੰਤੂ ਮੱਛੀਆਂ ਵਿੱਚ ਇੱਕ ਖਾਸ ਕਿਸਮ ਦਾ ਔਰਗਨ ਯਾਨੀ ਅੰਗ ਹੁੰਦਾ ਹੈ ਜਿਸ ਨਾਲ ਉਹ ਸਾਹ ਕਿਰਿਆ ਕਰਦੇ ਹਨ, ਜਿਸ ਨੂੰ ਅਸੀਂ ਗਿਲਜ਼ ਕਹਿੰਦੇ ਹਾਂ। ਇਸ ਪ੍ਰਸ਼ਨ ਦਾ ਉੱਤਰ ਹੈ ਦੂਜੀ ਆਪਸ਼ਨ ਯਾਨੀ ਐੜਾ, ਗਿਲਜ਼। ਇਹ ਇੱਕ ਖਾਸ ਕਿਸਮ ਦਾ ਔਰਗਨ ਯਾਨੀ ਅੰਗ ਹੈ ਜੋ ਮੱਛੀਆਂ ਨੂੰ ਪਾਣੀ ਵਿੱਚ ਸਾਹ ਲੈਣ ਲਈ ਮਦਦ ਕਰਦਾ ਹੈ ਅਤੇ ਉਸ ਨੂੰ ਆਸਾਨੀ ਨਾਲ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਸਾਹ ਕਿਰਿਆ ਲਈ ਮਿਲ ਜਾਂਦੀ ਹੈ। ਪਿਆਰੇ ਵਿਦਿਆਰਥੀਓ, ਸਾਡਾ ਅਗਲਾ ਪ੍ਰਸ਼ਨ ਹੈ, ਰੀਮਾ ਨੇ ਆਪਣਾ BP ਚੈੱਕ ਕਰਵਾਇਆ। ਉਹ ਉਸ ਯੰਤਰ ਨੂੰ ਵੇਖ ਕੇ ਹੈਰਾਨ ਹੋਈ ਜਿਸ ਨਾਲ ਡਾਕਟਰ ਨੇ ਉਸ ਦਾ BP ਚੈੱਕ ਕੀਤਾ। ਇਸ ਬਾਰੇ ਪੁੱਛਣ 'ਤੇ ਡਾਕਟਰ ਨੇ ਕਿਹਾ ਕਿ ਇਸ ਯੰਤਰ ਦਾ ਨਾਮ ਡੈਸ਼ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਹੇਠਾਂ ਦਿੱਤੇ ਚਿੱਤਰ ਨੂੰ ਧਿਆਨ ਨਾਲ ਵੇਖੋ। ਇਸ ਯੰਤਰ ਨੂੰ ਤੁਸੀਂ ਕਈ ਵਾਰ ਡਾਕਟਰਾਂ ਕੋਲ ਵੇਖਿਆ ਹੋਵੇਗਾ, ਜਿਸ ਨਾਲ ਉਹ ਤੁਹਾਡਾ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦਾ BP ਚੈੱਕ ਕਰਦੇ ਹਨ। ਜਦੋਂ ਵੀ ਕੋਈ ਮਰੀਜ਼ ਬਿਮਾਰ ਹੁੰਦਾ ਹੈ, ਉਸ ਦਾ BP ਇਸ ਯੰਤਰ ਰਾਹੀਂ ਚੈੱਕ ਕੀਤਾ ਜਾਂਦਾ ਹੈ। ਇਸ ਦੀਆਂ ਹੇਠ ਲਿਖੀਆਂ 4 ਆਪਸ਼ਨਾਂ ਦਿੱਤੀਆਂ ਹੋਈਆਂ ਹਨ। ਪਹਿਲੀ ਬੈਰੋਮੀਟਰ, ਦੂਜੀ ਐਮੀਟਰ, ਤੀਜੀ ਸੈਂਟੀਮੀਟਰ, ਚੌਥੀ ਸਫਾਈਗਨੋਮੈਨੋਮੀਟਰ। ਬੈਰੋਮੀਟਰ ਦਾ ਪ੍ਰਯੋਗ ਅਸੀਂ ਪ੍ਰੈਸ਼ਰ ਮਾਪਣ ਲਈ ਜਾਂ ਦਬਾਅ ਮਾਪਣ ਲਈ ਕਰਦੇ ਹਾਂ। ਦੂਜਾ ਐਮੀਟਰ, ਇਸ ਦੀ ਵਰਤੋਂ ਅਸੀਂ ਕਰੰਟ ਨਾਪਣ ਲਈ ਕਰਦੇ ਹਾਂ ਕਿ ਕਿੰਨਾ ਐਂਪੀਅਰ ਕਰੰਟ ਸਾਡੇ ਸਰਕਟ ਵਿੱਚ ਦੌੜ ਰਿਹਾ ਹੈ। ਤੀਜੀ ਆਪਸ਼ਨ ਸੈਂਟੀਮੀਟਰ, ਇਸ ਦਾ ਪ੍ਰਯੋਗ ਅਸੀਂ ਲੰਬਾਈ ਮਾਪਣ ਲਈ ਕਰਦੇ ਹਾਂ। ਚੌਥੀ ਸਫਾਈਗਨੋਮੈਨੋਮੀਟਰ, ਜਿਹੜਾ ਕਿ ਇਸ ਯੰਤਰ ਦਾ ਨਾਮ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਚੌਥੀ ਆਪਸ਼ਨ ਯਾਨੀ ਸੱਸਾ, ਸਫਾਈਗਨੋਮੈਨੋਮੀਟਰ। ਇਸ ਯੰਤਰ ਨਾਲ ਡਾਕਟਰ ਕਿਸੇ ਮਰੀਜ਼ ਦਾ BP ਚੈੱਕ ਕਰਦੇ ਹਨ। ਜਦੋਂ ਵੀ ਉਹ ਮਰੀਜ਼ ਬਿਮਾਰ ਹੁੰਦਾ ਹੈ ਤਾਂ ਇਸ ਯੰਤਰ ਦੀ ਵਰਤੋਂ ਕਰਕੇ ਉਸ ਦਾ BP ਚੈੱਕ ਕੀਤਾ ਜਾਂਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਰਾਹੁਲ ਨੇ ਅਖਬਾਰ ਵਿੱਚ ਪੜ੍ਹਿਆ ਸੀ ਕਿ ਭਾਰਤੀ ਫੌਜ ਦੇਸ਼ ਦੀ ਸੁਰੱਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੀ ਹੈ। ਵਿਦਿਆਰਥੀਓ, ਕੀ ਤੁਸੀਂ ਦੱਸ ਸਕਦੇ ਹੋ ਕਿ ਸਾਡੇ ਸਰੀਰ ਦੀ ਸੁਰੱਖਿਆ ਬਾਹਰੀ ਕੀਟਾਣੂਆਂ ਤੋਂ ਕੌਣ ਕਰਦਾ ਹੈ? ਇਸ ਦਾ ਤੁਸੀਂ ਹੇਠਾਂ ਇੱਕ ਚਿੱਤਰ ਵੇਖ ਸਕਦੇ ਹੋ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਡੇ ਲਹੂ ਵਿੱਚ ਕਿੰਨੀ ਤਰ੍ਹਾਂ ਦੇ ਸੈੱਲ ਹੁੰਦੇ ਹਨ ਜੋ ਕਿ ਵੱਖ-ਵੱਖ ਤਰ੍ਹਾਂ ਦੇ ਕਾਰਜ ਕਰਦੇ ਹਨ। ਇਹਨਾਂ ਵਿੱਚੋਂ ਵਾਈਟ ਬਲੱਡ ਸੈੱਲ ਜਾਂ ਰੈੱਡ ਬਲੱਡ ਸੈੱਲ ਵੀ ਇੱਕ ਤਰ੍ਹਾਂ ਦੇ ਸੈੱਲ ਹਨ ਜੋ ਕਿ ਸਾਡੇ ਸਰੀਰ ਵਿੱਚ ਬਾਹਰੋਂ ਦਾਖਲ ਹੋਏ ਕੀਟਾਣੂਆਂ ਨਾਲ ਜਾਂ ਫੋਰਨ ਪਾਰਟੀਕਲ ਨਾਲ ਲੜਦੇ ਹਨ। ਇਸ ਦੀਆਂ 4 ਆਪਸ਼ਨਾਂ ਹੇਠਾਂ ਦਿੱਤੀਆਂ ਗਈਆਂ ਹਨ। ਪਹਿਲੀ ਲਾਲ ਰਕਤਾਣੂ ਯਾਨੀ RBC, ਦੂਜੀ ਸਫੇਦ ਰਕਤਾਣੂ ਯਾਨੀ WBC, ਤੀਸਰੀ ਪਲੇਟਲੈਟਸ ਅਤੇ ਚੌਥੀ ਇਹਨਾਂ ਵਿੱਚੋਂ ਕੋਈ ਨਹੀਂ। ਲਾਲ ਰਕਤਾਣੂ ਯਾਨੀ ਰੈੱਡ ਬਲੱਡ ਸੈੱਲ ਹੀਮੋਗਲੋਬਿਨ ਦਾ ਨਿਰਮਾਣ ਕਰਦੇ ਹਨ ਜੋ ਕਿ ਆਕਸੀਜਨ ਦਾ ਪਰਿਵਹਨ ਸਾਡੇ ਸਰੀਰ ਵਿੱਚ ਕਰਦਾ ਹੈ। ਪਲੇਟਲੈਟਸ ਇੱਕ ਖਾਸ ਕਿਸਮ ਦੀ ਪ੍ਰੋਟੀਨ ਪੈਦਾ ਕਰਦੇ ਹਨ ਜਿਹੜੇ ਖੂਨ ਨੂੰ ਜਮਾਉਣ ਦਾ ਕੰਮ ਕਰਦੀ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਐੜਾ ਯਾਨੀ ਸਫੇਦ ਰਕਤਾਣੂ, ਵਾਈਟ ਬਲੱਡ ਸੈੱਲ। ਇਹ ਖਾਸ ਕਿਸਮ ਦੇ ਸੈੱਲ
ਸਾਡੇ ਸਰੀਰ ਦੇ ਲਹੂ ਵਿੱਚ ਮੌਜੂਦ ਹੁੰਦੇ ਹਨ, ਜੋ ਬਾਹਰੋਂ ਦਾਖਲ ਹੋਏ ਕਿਸੇ ਵੀ ਬਾਹਰੀ ਕੀਟਾਣੂ ਜਾਂ ਫੋਰਨ ਪਾਰਟੀਕਲ ਨਾਲ ਲੜ ਕੇ ਉਸ ਨੂੰ ਸਾਡੇ ਸਰੀਰ 'ਤੇ ਹਮਲਾ ਕਰਨ ਤੋਂ ਰੋਕਦੇ ਹਨ ਅਤੇ ਸਾਡੇ ਸਰੀਰ ਦੀ ਸੁਰੱਖਿਆ ਕਰਦੇ ਹਨ। ਸਾਡਾ ਅਗਲਾ ਪ੍ਰਸ਼ਨ ਹੈ, ਨਕੁਲ ਬਹੁਤ ਸ਼ਰਾਰਤੀ ਹੈ। ਉਸਨੇ ਪੌਦੇ ਦੀ ਇੱਕ ਟਹਿਣੀ 'ਤੇ ਲਿਫਾਫਾ ਪਾ ਕੇ ਬੰਨ੍ਹ ਦਿੱਤਾ। ਦੂਸਰੇ ਦਿਨ ਉਸਨੇ ਅਚਾਨਕ ਉਹ ਪੌਦਾ ਵੇਖਿਆ। ਉਸ ਲਿਫਾਫੇ ਵਿੱਚ ਪਾਣੀ ਦੀਆਂ ਕੁਝ ਬੂੰਦਾਂ ਸਨ। ਉਹ ਬਹੁਤ ਹੈਰਾਨ ਹੋਇਆ। ਅਧਿਆਪਕ ਨੂੰ ਇਸ ਬਾਰੇ ਪੁੱਛਣ 'ਤੇ ਉਸਨੂੰ ਇਹ ਪਤਾ ਲੱਗਾ ਕਿ ਇਹ ਡੈਸ਼ ਦੇ ਕਾਰਨ ਹੋਇਆ ਹੈ। ਇਸ ਦੀਆਂ 4 ਆਪਸ਼ਨਾਂ ਹੇਠਾਂ ਦਿੱਤੀਆਂ ਗਈਆਂ ਹਨ। ਪ੍ਰਕਾਸ਼ ਸੰਸਲੇਸ਼ਨ ਕਾਰਨ, ਦੂਜੀ ਵਾਸ਼ਪ ਉਤਸਰਜਨ ਕਾਰਨ, ਤੀਜੀ ਵਾਸ਼ਪੀਕਰਨ ਕਾਰਨ, ਚੌਥੀ ਇਹਨਾਂ ਵਿੱਚੋਂ ਕੋਈ ਨਹੀਂ। ਪਿਆਰੇ ਵਿਦਿਆਰਥੀਓ, ਤੁਸੀਂ ਹੇਠਾਂ ਚਿੱਤਰ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪੌਦੇ ਦੀ ਟਹਿਣੀ ਨੂੰ ਲਿਫਾਫਾ ਬੰਨ੍ਹਿਆ ਗਿਆ ਹੈ ਅਤੇ ਉਸਦੇ ਅੰਦਰਲੇ ਪਾਸੇ ਪਾਣੀ ਦੀਆਂ ਕੁਝ ਬੂੰਦਾਂ ਇਕੱਤਰ ਹੋ ਗਈਆਂ ਹਨ। ਇਹ ਇੱਕ ਖਾਸ ਕਿਸਮ ਦੀ ਕਿਰਿਆ ਕਾਰਨ ਹੋਇਆ ਹੈ। ਆਪਸ਼ਨਾਂ ਵਿੱਚ ਦਿੱਤੀਆਂ ਕਿਰਿਆਵਾਂ ਜਿਵੇਂ ਪ੍ਰਕਾਸ਼ ਸੰਸਲੇਸ਼ਨ ਕਿਰਿਆ ਇੱਕ ਉਹ ਕਿਰਿਆ ਹੁੰਦੀ ਹੈ ਜਿਸ ਰਾਹੀਂ ਪੌਦੇ ਆਪਣਾ ਭੋਜਨ ਬਣਾਉਂਦੇ ਹਨ। ਵਾਸ਼ਪੀਕਰਨ ਕਿਰਿਆ ਉਹ ਕਿਰਿਆ ਹੁੰਦੀ ਹੈ ਜਿਸ ਰਾਹੀਂ ਸੂਰਜ ਦੀ ਰੋਸ਼ਨੀ ਨਾਲ ਪਾਣੀ ਵਾਸ਼ਪਾਂ ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਇੱਕ ਖਾਸ ਕਿਸਮ ਦੀ ਕਿਰਿਆ ਹੈ ਜਿਸ ਨੂੰ ਵਾਸ਼ਪ ਉਤਸਰਜਨ ਕਿਰਿਆ ਕਹਿੰਦੇ ਹਨ। ਇਸ ਰਾਹੀਂ ਪੌਦਿਆਂ ਦੀ ਰੋਸ਼ਨੀ ਦੇ ਨਾਲ ਜਾਂ ਉਸਦੇ ਤਾਪ ਨਾਲ ਪੱਤਿਆਂ ਵਿੱਚ ਮੌਜੂਦ ਪਾਣੀ ਵਾਸ਼ਪ ਤਬਦੀਲ ਹੋ ਜਾਂਦਾ ਹੈ, ਜਿਸ ਕਾਰਨ ਇੱਕ ਨਿਰਵਾਤ ਪੈਦਾ ਹੁੰਦਾ ਹੈ ਔਰ ਉਸ ਨਿਰਵਾਤ ਕਾਰਨ ਇੱਕ ਵਾਸ਼ਪ ਉਤਸਰਜਨ ਖਿੱਚ ਪੈਦਾ ਹੁੰਦੀ ਹੈ, ਜਿਹੜੀ ਕਿ ਪੱਤਿਆਂ ਤੋਂ ਹੇਠਲੇ ਪਾਸੇ ਪੌਦੇ ਤੋਂ ਪਾਣੀ ਨੂੰ ਉੱਪਰ ਖਿੱਚਣ ਵਿੱਚ ਮਦਦ ਕਰਦੀ ਹੈ। ਇਸ ਕਿਰਿਆ ਰਾਹੀਂ ਹੀ ਜ਼ਮੀਨ ਵਿੱਚ ਮਿਲਿਆ ਪਾਣੀ ਖਣਿਜਾਂ ਨਾਲ ਮਿਲ ਕੇ ਪੌਦਿਆਂ ਨੂੰ ਉੱਪਰ ਵੱਲ ਧੱਕਣ ਵਿੱਚ ਮਦਦ ਕਰਦਾ ਹੈ। ਇਸ ਕਿਰਿਆ ਰਾਹੀਂ ਹੀ ਪੌਦਿਆਂ ਨੂੰ ਜ਼ਮੀਨ ਤੋਂ ਪਰਿਆਪਤ ਪਾਣੀ ਅਤੇ ਖਣਿਜ ਦੀ ਮਾਤਰਾ ਉਪਲਬਧ ਹੁੰਦੀ ਹੈ। ਇਸ ਲਈ ਇਹ ਕਿਰਿਆ ਬੜੀ ਹੀ। ਇਸ ਪ੍ਰਸ਼ਨ ਦਾ ਉੱਤਰ ਹੈ ਐੜਾ, ਯਾਨੀ ਵਾਸ਼ਪ ਉਤਸਰਜਨ ਕਾਰਨ, ਜਿਸ ਨੂੰ ਅਸੀਂ ਟਰਾਂਸਪੀਰੇਸ਼ਨ ਵੀ ਕਹਿੰਦੇ ਹਾਂ। ਇਹ ਇੱਕ ਖਾਸ ਕਿਸਮ ਦੀ ਕਿਰਿਆ ਹੈ ਜੋ ਕਿ ਪੌਦਿਆਂ ਨੂੰ ਪਾਣੀ ਅਤੇ ਖਣਿਜ ਦੀ ਪ੍ਰਾਪਤੀ ਲਈ ਬੜੀ ਹੀ ਮਹੱਤਵਪੂਰਨ ਕਿਰਿਆ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਰਾਮ ਨੇ ਇੱਕ ਸਿੱਖਿਅਕ ਪ੍ਰੋਗਰਾਮ ਵੇਖਿਆ ਜਿਸ ਵਿੱਚ ਅਧਿਆਪਕ ਵਾਰ-ਵਾਰ ਇੱਕ ਸ਼ਬਦ ਐਲਵੀਓਲਾਈ ਕਹਿ ਰਿਹਾ ਸੀ। ਵਿਦਿਆਰਥੀਓ, ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਸਾਡੇ ਸਰੀਰ ਦੇ ਕਿਸ ਅੰਗ ਵਿੱਚ ਪਾਇਆ ਜਾਂਦਾ ਹੈ? ਇਸ ਦੀਆਂ 4 ਆਪਸ਼ਨਾਂ ਹੇਠਾਂ ਦਿੱਤੀਆਂ ਗਈਆਂ ਹਨ। ਪਹਿਲੀ ਗੁਰਦਿਆਂ ਵਿੱਚ, ਦੂਜੀ ਫੇਫੜਿਆਂ ਵਿੱਚ, ਤੀਜੀ ਦਿਲ ਵਿੱਚ, ਚੌਥੀ ਦਿਮਾਗ ਵਿੱਚ। ਪਿਆਰੇ ਵਿਦਿਆਰਥੀਓ, ਹੇਠਾਂ ਦਿੱਤੇ ਚਿੱਤਰ ਵਿੱਚ ਤੁਸੀਂ ਐਲਵੀਓਲਾਈ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਚਿੱਤਰ ਵਿੱਚ ਅੰਗੂਰ ਦੇ ਗੁੱਛਿਆਂ ਵਾਂਗ ਲਟਕੀ ਹੋਈ ਆਕ੍ਰਿਤੀ ਐਲਵੀਓਲਾਈ ਹੈ, ਜਿਸ ਵਿੱਚ ਬਾਹਰੋਂ ਆਉਣ ਵਾਲੀ ਹਵਾ ਵਿੱਚ ਆਕਸੀਜਨ ਘੁਲੀ ਹੁੰਦੀ ਹੈ। ਜਦੋਂ ਅਸੀਂ ਸਾਹ ਲੈਂਦੇ ਹਾਂ, ਇਹ ਆਕਸੀਜਨ ਇਸ ਐਲਵੀਓਲਾਈ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਜਿਸ ਦੇ ਆਲੇ ਦੁਆਲੇ ਬਹੁਤ ਸਾਰੀ ਲਹੂ ਦੀਆਂ ਵਹਿਣੀਆਂ ਹੁੰਦੀਆਂ ਹਨ। ਇਹ ਵਹਿਣੀਆਂ ਜਿਸ ਵਿੱਚ ਹੀਮੋਗਲੋਬਿਨ ਮੌਜੂਦ ਹੁੰਦਾ ਹੈ, ਉਹ ਹੀਮੋਗਲੋਬਿਨ ਇਸ ਆਕਸੀਜਨ ਨਾਲ ਕਿਰਿਆ ਕਰਕੇ ਇਸ ਨੂੰ ਸਾਰੇ ਸਰੀਰ ਵਿੱਚ ਪਹੁੰਚਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਐਲਵੀਓਲਾਈ ਇੱਕ ਬਹੁਤ ਹੀ ਮਹੱਤਵਪੂਰਨ ਸਾਡੇ ਸਰੀਰ ਦਾ ਅੰਗ ਹੈ। ਇਹ ਅੰਗ ਨਾ ਤਾਂ ਗੁਰਦਿਆਂ ਵਿੱਚ ਮੌਜੂਦ ਹੁੰਦਾ ਹੈ, ਨਾ ਹੀ ਇਹ ਦਿਲ ਵਿੱਚ ਮੌਜੂਦ ਹੁੰਦਾ ਹੈ ਅਤੇ ਨਾ ਹੀ ਇਹ ਦਿਮਾਗ ਵਿੱਚ ਮੌਜੂਦ ਹੁੰਦਾ ਹੈ। ਇਹ ਅੰਗ ਸਾਡੇ ਸਾਹ ਕਿਰਿਆ ਨਾਲ ਸੰਬੰਧ ਰੱਖਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਐੜਾ, ਫੇਫੜਿਆਂ ਵਿੱਚ। ਸਾਡੇ ਫੇਫੜਿਆਂ ਵਿੱਚ ਇੱਕ ਖਾਸ ਕਿਸਮ ਦਾ ਅੰਗ ਹੁੰਦਾ ਹੈ ਜਿਸ ਨੂੰ ਐਲਵੀਓਲਾਈ ਕਹਿੰਦੇ ਹਨ। ਇਹ ਐਲਵੀਓਲਾਈ ਹਵਾ ਦੀਆਂ ਥੈਲੀਆਂ ਵਾਂਗ ਹੁੰਦਾ ਹੈ, ਜਿਸ ਦੇ ਵਿੱਚ ਬਾਹਰੋਂ ਲਏ ਗਏ ਸਾਹ ਵਿੱਚ ਮੌਜੂਦ ਆਕਸੀਜਨ ਘੁਲੀ ਹੁੰਦੀ ਹੈ ਅਤੇ
ਇਹ ਆਕਸੀਜਨ ਹਵਾ ਥੈਲੀਆਂ ਦੇ ਆਲੇ ਦੁਆਲੇ ਮੌਜੂਦ ਲਹੂ ਵੈਲੀਆਂ ਵਿੱਚ ਹੀਮੋਗਲੋਬਿਨ ਨਾਲ ਕਿਰਿਆ ਕਰਕੇ ਆਕਸੀ ਹੀਮੋਗਲੋਬਿਨ ਦਾ ਨਿਰਮਾਣ ਕਰਦੀ ਹੈ ਅਤੇ ਉਸ ਨੂੰ ਸਾਰੇ ਸਰੀਰ ਵਿੱਚ ਪਹੁੰਚਾਉਣ ਦਾ ਕੰਮ ਕਰਦੀ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਸਮੀਰ ਨੇ ਇੱਕ ਦਿਨ ਬਹੁਤ ਜ਼ਿਆਦਾ ਕਸਰਤ ਕਰ ਲਈ ਜਿਸ ਕਰਕੇ ਉਸ ਦੀਆਂ ਲੱਤਾਂ ਵਿੱਚ ਖੱਲੀਆਂ ਪੈ ਗਈਆਂ। ਇਹ ਖੱਲੀਆਂ ਸਰੀਰ ਵਿੱਚ ਕਿਸ ਪਦਾਰਥ ਦੇ ਬਣਨ ਕਰਕੇ ਪਈਆਂ? ਇਸ ਦੀਆਂ 4 ਆਪਸ਼ਨਾਂ ਹੇਠਾਂ ਦਿੱਤੀਆਂ ਗਈਆਂ ਹਨ। ਪਹਿਲੀ ਐਸਿਟਿਕ ਤੇਜ਼ਾਬ, ਦੂਜੀ ਬਿਊਟੈਰਿਕ ਤੇਜ਼ਾਬ, ਤੀਜੀ ਲੈਕਟਿਕ ਤੇਜ਼ਾਬ ਅਤੇ ਚੌਥੀ ਇਹਨਾਂ ਵਿੱਚੋਂ ਕੋਈ ਨਹੀਂ। ਪਿਆਰੇ ਵਿਦਿਆਰਥੀਓ, ਚਿੱਤਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦੋਂ ਅਸੀਂ ਜ਼ਿਆਦਾ ਕਸਰਤ ਕਰਦੇ ਹਾਂ ਅਤੇ ਸਾਡੇ ਸਰੀਰ ਦੇ ਮਸਲ ਵਿੱਚ ਪੇਨ ਜਾਂ ਖੱਲੀਆਂ ਪੈ ਜਾਂਦੀਆਂ ਹਨ। ਇਹ ਇਸ ਕਾਰਨ ਹੁੰਦਾ ਹੈ ਕਿਉਂਕਿ ਜ਼ਿਆਦਾ ਕਸਰਤ ਸਮੇਂ ਸਾਨੂੰ ਵੱਧ ਊਰਜਾ ਦੀ ਲੋੜ ਹੁੰਦੀ ਹੈ, ਜਿਸ ਕਰਕੇ ਸਾਡਾ ਸਰੀਰ ਅਣਆਕਸੀ ਸਾਹ ਕਿਰਿਆ ਰਾਹੀਂ ਵੱਧ ਊਰਜਾ ਪੈਦਾ ਕਰਦਾ ਹੈ ਅਤੇ ਇਸ ਦੌਰਾਨ ਸਾਡੇ ਸਰੀਰ ਵਿੱਚ ਮੌਜੂਦ ਗਲੂਕੋਜ਼ ਲੈਕਟੇਟ ਜਾਂ ਲੈਕਟਿਕ ਐਸਿਡ ਵਿੱਚ ਬਦਲ ਜਾਂਦਾ ਹੈ, ਜੋ ਕਿ ਅਣਆਕਸੀ ਕਿਰਿਆ ਰਾਹੀਂ ਵੱਧ ਊਰਜਾ ਪੈਦਾ ਕਰਦਾ ਹੈ। ਇਸ ਕਾਰਨ ਸਾਡੇ ਸਰੀਰ ਵਿੱਚ ਖੱਲੀਆਂ ਪੈ ਜਾਂਦੀਆਂ ਹਨ। ਇਸ ਪ੍ਰਸ਼ਨ ਦਾ ਉੱਤਰ ਹੈ ਈੜੀ ਯਾਨੀ ਲੈਕਟਿਕ ਤੇਜ਼ਾਬ। ਇਹ ਲੈਕਟਿਕ ਤੇਜ਼ਾਬ ਸਾਡੇ ਸਰੀਰ ਵਿੱਚ ਉਦੋਂ ਪੈਦਾ ਹੁੰਦਾ ਹੈ ਜਦੋਂ ਅਸੀਂ ਵੱਧ ਕਸਰਤ ਕਰ ਲੈਂਦੇ ਹਾਂ, ਕਿਉਂਕਿ ਵੱਧ ਕਸਰਤ ਕਰਨ ਵੇਲੇ ਸਾਡੇ ਸਰੀਰ ਨੂੰ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ, ਜੋ ਕਿ ਅਣਆਕਸੀ ਕਿਰਿਆ ਦੁਆਰਾ ਸਾਡੀ ਸਰੀਰ ਵਿੱਚ ਮੌਜੂਦ ਗਲੂਕੋਜ਼ ਤੋਂ ਲੈਕਟਿਕ ਤੇਜ਼ਾਬ ਦੇ ਬਦਲਣ ਨਾਲ ਪੈਦਾ ਹੁੰਦੀ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਰੀਮਾ ਆਪਣੇ ਦੋਸਤਾਂ ਨਾਲ ਬਾਗ ਵਿੱਚ ਪੌਦਿਆਂ ਨੂੰ ਪਾਣੀ ਦੇ ਰਹੀ ਸੀ। ਉਹ ਸਭ ਹੈਰਾਨ ਹੋਏ ਕਿ ਕਿਵੇਂ ਪਾਣੀ ਪੌਦਿਆਂ ਦੇ ਸਿਰੇ ਤੱਕ ਪਹੁੰਚਦਾ ਹੈ। ਇਸ ਬਾਰੇ ਉਹਨਾਂ ਨੇ ਆਪਣੀ ਅਧਿਆਪਕਾ ਤੋਂ ਪੁੱਛਿਆ, ਜਿਸ ਦਾ ਉਹਨਾਂ ਨੇ ਜਵਾਬ ਦਿੱਤਾ। ਇਸ ਦੀਆਂ 4 ਆਪਸ਼ਨਾਂ ਹੇਠਾਂ ਦਿੱਤੀਆਂ ਗਈਆਂ ਹਨ। ਜ਼ਾਈਲਮ ਦੁਆਰਾ, ਦੂਜੀ ਫਲੋਐਮ ਦੁਆਰਾ, ਤੀਜੀ ਟਹਿਣੀਆਂ ਦੁਆਰਾ, ਚੌਥੀ ਤਣੇ ਦੁਆਰਾ। ਪਿਆਰੇ ਵਿਦਿਆਰਥੀਓ, ਤੁਸੀਂ ਚਿੱਤਰ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੌਦੇ ਦੇ ਵੱਖ-ਵੱਖ ਭਾਗਾਂ ਤੱਕ ਭੋਜਨ ਅਤੇ ਪਾਣੀ ਦਾ ਸਥਾਨਾਂਤਰਨ ਹੁੰਦਾ ਹੈ। ਪੌਦਿਆਂ ਵਿੱਚ ਭੋਜਨ ਅਤੇ ਪਾਣੀ ਦੇ ਸਥਾਨਾਂਤਰਨ ਲਈ ਵੱਖ-ਵੱਖ ਤਰ੍ਹਾਂ ਦੇ ਟਿਸ਼ੂ ਹੁੰਦੇ ਹਨ, ਜਿਨ੍ਹਾਂ ਨੂੰ ਵਸਕੂਲਰ ਬੰਡਲਸ ਜਾਂ ਵਸਕੂਲਰ ਟਿਸ਼ੂ ਕਹਿੰਦੇ ਹਨ। ਇਹ 2 ਪ੍ਰਕਾਰ ਦੇ ਟਿਸ਼ੂ ਹੁੰਦੇ ਹਨ, ਇੱਕ ਜ਼ਾਈਲਮ ਅਤੇ ਦੂਜਾ ਫਲੋਐਮ। ਫਲੋਐਮ ਯਾਨੀ ਫੂਡ। ਫਲੋਐਮ ਦੁਆਰਾ ਭੋਜਨ ਦਾ ਸਥਾਨਾਂਤਰਨ ਪੱਤਿਆਂ ਤੋਂ ਪੌਦੇ ਦੇ ਬਾਕੀ ਭਾਗਾਂ ਤੱਕ ਹੁੰਦਾ ਹੈ। ਦੂਜਾ ਹੈ ਜ਼ਾਈਲਮ। ਜ਼ਾਈਲਮ ਟਿਸ਼ੂਆਂ ਦੁਆਰਾ ਪੌਦਿਆਂ ਵਿੱਚ ਪਾਣੀ ਦਾ ਸਥਾਨਾਂਤਰਨ ਜੜ੍ਹਾਂ ਤੋਂ ਪੌਦੇ ਦੇ ਉੱਪਰੀ ਭਾਗ ਜਾਂ ਬਾਕੀ ਭਾਗਾਂ ਤੱਕ ਹੁੰਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਊੜਾ ਯਾਨੀ ਜ਼ਾਈਲਮ ਦੁਆਰਾ। ਜ਼ਾਈਲਮ ਇੱਕ ਖਾਸ ਕਿਸਮ ਦੇ ਵਸਕੂਲਰ ਟਿਸ਼ੂ ਹੁੰਦੇ ਹਨ, ਜਿਨ੍ਹਾਂ ਦੁਆਰਾ ਪੌਦਿਆਂ ਵਿੱਚ ਪਾਣੀ ਦਾ ਪਰਿਵਹਨ ਜੜ੍ਹਾਂ ਤੋਂ ਪੌਦਿਆਂ ਦੇ ਉੱਪਰੀ ਭਾਗ ਜਾਂ ਬਾਕੀ ਭਾਗ ਤੱਕ ਹੁੰਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਸੁਮਿਤ ਦੇ ਘਰ ਚਿੜੀਆਂ ਰਹਿੰਦੀਆਂ ਸਨ। ਇੱਕ ਦਿਨ ਇੱਕ ਚਿੜੀ ਜ਼ਖਮੀ ਹੋ ਕੇ ਡਿੱਗ ਪਈ। ਜਦੋਂ ਉਹ ਉਸ ਨੂੰ ਚੱਕ ਕੇ ਡਾਕਟਰ ਕੋਲ ਜਾ ਰਿਹਾ ਸੀ ਤਾਂ ਉਸਨੇ ਮਹਿਸੂਸ ਕੀਤਾ ਕਿ ਚਿੜੀ ਦਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਹੈ। ਉਸਦੇ ਮਨ ਵਿੱਚ ਵਿਚਾਰ ਆਇਆ ਕਿ ਪੰਛੀਆਂ ਦੇ ਦਿਲ ਦੇ ਕਿੰਨੇ ਖਾਨੇ ਹੁੰਦੇ ਹਨ। ਇਸ ਦੀਆਂ ਹੇਠਾਂ 4 ਆਪਸ਼ਨਾਂ ਦਿੱਤੀਆਂ ਹੋਈਆਂ ਹਨ। ਊੜਾ 2 ਖਾਨੇ, ਐੜਾ 3 ਖਾਨੇ, ਈੜੀ 4 ਖਾਨੇ ਜਾਂ ਸੱਸਾ 1 ਖਾਨਾ। ਪਿਆਰੇ ਵਿਦਿਆਰਥੀਓ, ਜੇ ਅਸੀਂ ਹੇਠਾਂ ਚਿੱਤਰ ਨੂੰ ਵੇਖੀਏ, ਇਸ ਵਿੱਚ ਵੱਖ-ਵੱਖ ਜੰਤੂਆਂ ਦੀ ਹਾਰਟ ਐਨਾਟਮੀ ਜਾਂ ਦਿਲ ਦੀ ਬਣਤਰ ਬਾਰੇ ਦੱਸਿਆ ਗਿਆ ਹੈ। ਪਹਿਲੀ ਬਣਤਰ ਮੱਛੀਆਂ ਦੀ ਯਾਨੀ ਫਿਸ਼ ਦੀ ਹੈ, ਜਿਸ ਦੇ ਵਿੱਚ 2 ਚੈਂਬਰਡ ਹਾਰਟ ਹੁੰਦਾ ਹੈ, ਯਾਨੀ ਮੱਛੀ ਦੇ ਦਿਲ ਦੇ 2 ਖਾਨੇ ਹੁੰਦੇ ਹਨ। ਅਗਲੀ ਐਂਫੀਬੀਅਨ
ਜਿਸ ਦੇ ਵਿੱਚ ਅਤੇ ਰੈਪਟਾਈਲ ਵਿੱਚ 3 ਖਾਨੇ ਵਾਲਾ ਹਾਰਟ ਹੁੰਦਾ ਹੈ, ਯਾਨੀ 3 ਚੈਂਬਰਡ ਹਾਰਟ ਹੁੰਦਾ ਹੈ। ਅਗਲੀ ਬਰਡ ਅਤੇ ਮੈਮਲ ਯਾਨੀ ਪੰਛੀਆਂ ਅਤੇ ਥਣਧਾਰੀਆਂ ਜੀਵ ਦੇ ਵਿੱਚ 4 ਚੈਂਬਰਡ ਹਾਰਟ ਯਾਨੀ 4 ਖਾਨੇ ਵਾਲਾ ਹਾਰਟ। ਇਸ ਪ੍ਰਸ਼ਨ ਦਾ ਉੱਤਰ ਹੈ ਈੜੀ ਯਾਨੀ 4। ਇਸ ਦਾ ਮਤਲਬ ਪੰਛੀਆਂ ਵਿੱਚ 4 ਖਾਨੇ ਵਾਲਾ ਯਾਨੀ 4 ਚੈਂਬਰਡ ਹਾਰਟ ਹੁੰਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਸਮਰੀਤ ਨੇ ਇੱਕ ਵੀਡੀਓ ਵੇਖੀ ਜਿਸ ਵਿੱਚ ਮਨੁੱਖੀ ਮਲ ਤਿਆਗ ਪ੍ਰਣਾਲੀ ਵਿਖਾਈ ਗਈ ਸੀ। ਉਸ ਵਿੱਚ ਮਨੁੱਖੀ ਗੁਰਦਿਆਂ ਦੇ ਵੱਖ-ਵੱਖ ਭਾਗ ਦਿਖਾਏ ਗਏ ਸਨ। ਵਿਦਿਆਰਥੀਓ, ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਵਿੱਚੋਂ ਕਿਹੜਾ ਗੁਰਦਿਆਂ ਦਾ ਭਾਗ ਹੈ? ਪਹਿਲਾ ਬੋਮਨ ਕੈਪਸੂਲ, ਦੂਜਾ ਖੱਬਾ ਵੈਂਟਰੀਕਲ, ਤੀਜਾ ਐਲਵੀਓਲਾਈ, ਚੌਥਾ ਬ੍ਰੋਂਕਾਈ। ਖੱਬਾ ਵੈਂਟਰੀਕਲ ਹਿਰਦੇ ਨਾਲ ਸੰਬੰਧਿਤ ਹੈ। ਐਲਵੀਓਲਾਈ ਅਤੇ ਬ੍ਰੋਂਕਾਈ ਸਾਡੇ ਫੇਫੜਿਆਂ ਨਾਲ ਸੰਬੰਧਿਤ ਅੰਗ ਹਨ। ਪਿਆਰੇ ਵਿਦਿਆਰਥੀਓ, ਤੁਸੀਂ ਚਿੱਤਰ ਵਿੱਚ ਮਨੁੱਖੀ ਮਲ ਤਿਆਗ ਪ੍ਰਣਾਲੀ ਨੂੰ ਆਰਾਮ ਨਾਲ ਵੇਖ ਸਕਦੇ ਹੋ। ਇਸ ਦੇ ਵਿੱਚ ਸਾਡੇ ਗੁਰਦਿਆਂ ਦੀ ਕਾਰਜਾਤਮਕ ਇਕਾਈ ਨੈਫਰੋਨ ਹੁੰਦੀ ਹੈ। ਨੈਫਰੋਨ ਇੱਕ ਅਜਿਹਾ ਅੰਗ ਹੈ ਜਿਸ ਵਿੱਚ ਸਾਡੇ ਸਰੀਰ 'ਚੋਂ ਸਾਰਾ ਅਮੋਨੀਆ ਯੁਕਤ ਲਹੂ ਪ੍ਰਵੇਸ਼ ਕਰਦਾ ਹੈ ਅਤੇ ਫਿਲਟਰੇਸ਼ਨ ਤੋਂ ਬਾਅਦ ਇਹ ਸਾਫ਼ ਹੋ ਕੇ ਵਾਪਸ ਸਾਡੇ ਸਰੀਰ ਵਿੱਚ ਚਲਾ ਜਾਂਦਾ ਹੈ ਅਤੇ ਵੇਸਟ ਅਤੇ ਫਾਲਤੂ ਪਦਾਰਥ ਮੂਤਰ ਦੇ ਰੂਪ ਵਿੱਚ ਮੂਤਰ ਵਹਿਣੀਆਂ ਤੋਂ ਇਕੱਠੇ ਹੋ ਕੇ ਸਾਡੇ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ। ਇਸ ਕਰਕੇ ਇਹ ਸਾਡੇ ਸਰੀਰ ਦੇ ਲਹੂ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ। ਨੈਫਰੋਨ ਵਿੱਚ ਇੱਕ ਰਚਨਾ ਬੋਮਨ ਕੈਪਸੂਲ ਹੁੰਦੀ ਹੈ ਜਿਸ ਰਾਹੀਂ ਸਾਰੇ ਸਰੀਰ ਤੋਂ ਅਮੋਨੀਆ ਯੁਕਤ ਲਹੂ ਨੂੰ ਇਕੱਠਾ ਕਰਕੇ ਵਾਪਸ ਵੇਸਟ ਨੂੰ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਸ਼ੁੱਧ ਲਹੂ ਨੂੰ ਸਾਡੇ ਸਰੀਰ ਵਿੱਚ ਭੇਜਿਆ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਊੜਾ ਯਾਨੀ ਬੋਮਨ ਕੈਪਸੂਲ। ਬੋਮਨ ਕੈਪਸੂਲ ਇੱਕ ਕੱਪ ਸ਼ੇਪ ਦੀ ਰਚਨਾ ਹੁੰਦੀ ਹੈ ਜੋ ਕਿ ਨੈਫਰੋਨ ਵਿੱਚ ਮੌਜੂਦ ਹੁੰਦੀ ਹੈ। ਨੈਫਰੋਨ ਇੱਕ ਸਾਡੇ ਗੁਰਦਿਆਂ ਦੀ ਕਾਰਜਾਤਮਕ ਇਕਾਈ ਵਜੋਂ ਕੰਮ ਕਰਦਾ ਹੈ ਜੋ ਕਿ ਸਾਡੇ ਸਰੀਰ ਦੇ ਅਮੋਨੀਆ ਯੁਕਤ ਲਹੂ ਨੂੰ ਸਾਫ਼ ਕਰਕੇ ਵਾਪਸ ਸਾਡੇ ਸਰੀਰ ਵਿੱਚ ਭੇਜਦਾ ਹੈ ਅਤੇ ਵੇਸਟ ਤੇ ਫਾਲਤੂ ਪਦਾਰਥ ਨੂੰ ਮੂਤਰ ਦੇ ਰੂਪ ਵਿੱਚ ਸਾਡੇ ਸਰੀਰ 'ਚੋਂ ਬਾਹਰ ਕੱਢ ਦਿੰਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਰੋਹਿਤ ਨੂੰ ਪਤਾ ਲੱਗਾ ਕਿ ਖੂਨ ਵਹਿਣੀਆਂ 'ਤੇ ਦਬਾਅ ਪਾਉਂਦਾ ਹੈ। ਉਸਦੇ ਮਨ ਵਿੱਚ ਵਿਚਾਰ ਆਇਆ ਕਿ ਸਿਸਟੋਲਿਕ ਦਬਾਅ ਦੀ ਕੀ ਰੇਂਜ ਹੈ। ਇਸ ਦੀਆਂ 4 ਆਪਸ਼ਨਾਂ ਹੇਠਾਂ ਦਿੱਤੀਆਂ ਗਈਆਂ ਹਨ। ਪਹਿਲੀ 60 mm ਤੋਂ 120 mm, ਦੂਜੀ 60 mm ਤੋਂ 80 mm, ਤੀਜੀ 70 mm ਤੋਂ 100 mm, ਚੌਥੀ 80 mm ਤੋਂ 120 mm। ਪਿਆਰੇ ਵਿਦਿਆਰਥੀਓ, ਤੁਸੀਂ ਹੇਠਾਂ ਇੱਕ ਦਿੱਤੇ ਗਏ ਚਾਰਟ ਵਿੱਚੋਂ ਦਿਲ ਦੀਆਂ ਮਾਸਪੇਸ਼ੀਆਂ 'ਤੇ ਪੈਣ ਵਾਲੇ ਦਬਾਅ ਨੂੰ ਆਸਾਨੀ ਨਾਲ ਵੇਖ ਸਕਦੇ ਹੋ। ਜਦੋਂ ਵੀ ਲਹੂ ਸਾਡੇ ਦਿਲ ਵਿੱਚ ਪ੍ਰਵੇਸ਼ ਕਰਦਾ ਹੈ, 2 ਤਰ੍ਹਾਂ ਦੇ ਦਬਾਅ ਸਾਡੇ ਦਿਲ ਵਿੱਚ ਪੈਦਾ ਹੁੰਦੇ ਹਨ। ਇੱਕ ਹੈ ਸਿਸਟੋਲਿਕ ਦਬਾਅ, ਦੂਸਰਾ ਹੈ ਡਾਇਆਸਟੋਲਿਕ ਦਬਾਅ। ਸਿਸਟੋਲਿਕ ਦਬਾਅ ਜਦੋਂ ਸਾਡੇ ਦਿਲ ਦੀਆਂ ਮਾਸਪੇਸ਼ੀਆਂ ਸੁੰਗੜਦੀਆਂ ਹਨ, ਉਸ ਟਾਈਮ ਸਾਡਾ ਲਹੂ ਜਿਸ ਰਫ਼ਤਾਰ ਨਾਲ ਉੱਪਰ ਵੱਲ ਨੂੰ ਜਾਂਦਾ ਹੈ ਉਸ ਨੂੰ ਸਿਸਟੋਲਿਕ ਦਬਾਅ ਕਹਿੰਦੇ ਹਾਂ, ਅਤੇ ਜਦੋਂ ਸਾਡੇ ਦਿਲ ਦੀਆਂ ਮਾਸਪੇਸ਼ੀਆਂ ਫੈਲਦੀਆਂ ਹਨ ਉਸ ਟਾਈਮ ਡਾਇਆਸਟੋਲਿਕ ਦਬਾਅ ਪੈਦਾ ਹੁੰਦਾ ਹੈ। ਸਿਸਟੋਲਿਕ ਦਬਾਅ ਦੀ ਅਪਰ ਰੇਂਜ ਨਾਰਮਲ 120 mm ਹੈ ਅਤੇ ਡਾਇਆਸਟੋਲਿਕ ਦਬਾਅ ਦੀ ਨਾਰਮਲ ਰੇਂਜ 80 mm ਹੈ। ਇਸ ਤਰ੍ਹਾਂ ਸਾਡੇ ਬਲੱਡ ਪ੍ਰੈਸ਼ਰ ਦਾ ਜਾਂ BP ਦੀ ਨਾਰਮਲ ਰੇਂਜ 80 ਤੋਂ 120 mm ਹੈ। ਜਦੋਂ ਕਿਸੇ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਜਾਂ ਜਿਸ ਨੂੰ ਅਸੀਂ ਹਾਈਪਰਟੈਂਸ਼ਨ ਕਹਿੰਦੇ ਹਾਂ, ਉਸ ਟਾਈਮ ਸਿਸਟੋਲਿਕ ਦਬਾਅ 130 ਤੋਂ 139 ਵਿੱਚ ਅਤੇ ਡਾਇਆਸਟੋਲਿਕ ਦਬਾਅ 80 ਤੋਂ 99 ਵਿੱਚ ਹੁੰਦਾ ਹੈ। ਇਸ ਤਰ੍ਹਾਂ ਸਾਡੀ ਨਾਰਮਲ ਰੇਂਜ 80 ਤੋਂ 120 ਹੁੰਦੀ। ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਸੱਸਾ ਯਾਨੀ 80 mm ਤੋਂ 120 mm। 80 mm ਸਾਡਾ ਡਾਇਆਸਟੋਲਿਕ ਪ੍ਰੈਸ਼ਰ ਹੈ ਅਤੇ 120 mm ਸਾਡਾ ਸਿਸਟੋਲਿਕ ਪ੍ਰੈਸ਼ਰ ਜਾਂ ਸਿਸਟੋਲਿਕ ਦਬਾਅ ਵਜੋਂ ਮਾਪਿਆ ਜਾਂਦਾ ਹੈ। ਇਹ ਰੇਂਜ
ਇੱਕ ਨੋਰਮਲ ਮਨੁੱਖ ਦੀ ਹੈ, ਜਿਹੜਾ ਮਨੁੱਖ ਤੰਦਰੁਸਤ ਹੈ। ਪਰੰਤੂ ਜੇ ਕਿਸੇ ਦਾ ਬੀਪੀ ਇਸ ਤੋਂ ਹੇਠਾਂ ਜਾਂ ਉੱਪਰ ਪਾਇਆ ਜਾਂਦਾ ਹੈ, ਜਿਵੇਂ ਕਿਸੇ ਦਾ ਬੀਪੀ 80 mm ਤੋਂ ਹੇਠਾਂ ਆਵੇ ਤਾਂ ਉਸ ਨੂੰ ਲੋ ਬੀਪੀ ਦੀ ਬਿਮਾਰੀ, ਅਤੇ ਜਿਸ ਦਾ ਬੀਪੀ 120 mm ਤੋਂ ਉੱਪਰ ਪਾਇਆ ਜਾਂਦਾ ਹੈ ਉਸ ਨੂੰ ਹਾਈਅਰ ਬੀਪੀ ਜਾਂ ਹਾਈਪਰਟੈਂਸ਼ਨ ਦੀ ਬਿਮਾਰੀ ਹੁੰਦੀ ਹੈ। ਇਸ ਲਈ ਪਿਆਰੇ ਵਿਦਿਆਰਥੀਓ, ਤੁਸੀਂ ਇਸ ਰੇਂਜ ਨੂੰ ਯਾਦ ਰੱਖਣਾ ਹੈ ਅਤੇ ਆਪਣੇ ਘਰ ਵਿੱਚ ਆਪਣੇ ਬਜ਼ੁਰਗਾਂ ਦਾ ਬੀਪੀ ਨਾਪਣ ਵੇਲੇ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਨਾਰਮਲ ਮਨੁੱਖ ਦੀ ਰੇਂਜ 80 ਤੋਂ 120 mm ਹੈ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਤੁਹਾਡੇ ਨਾਲ 10ਵੀਂ ਜਮਾਤ ਦੇ 6ਵੇਂ ਅਧਿਆਏ ਜੈਵਿਕ ਪ੍ਰਕਿਰਿਆਵਾਂ ਪਾਠ ਦੇ ਕੁਝ ਜ਼ਰੂਰੀ ਪੈਸ ਆਧਾਰਿਤ ਪ੍ਰਸ਼ਨਾਂ ਬਾਰੇ ਚਰਚਾ ਕੀਤੀ ਹੈ। ਉਮੀਦ ਹੈ ਤੁਹਾਨੂੰ ਇਹ ਪ੍ਰਸ਼ਨ ਸਮਝ ਆਏ ਹੋਣਗੇ ਅਤੇ ਤੁਸੀਂ ਧਿਆਨ ਨਾਲ ਇਹਨਾਂ ਪ੍ਰਸ਼ਨਾਂ ਨੂੰ ਆਪਣੀ ਕਾਪੀ ਵਿੱਚ ਨੋਟ ਕੀਤਾ ਹੋਵੇਗਾ, ਤਾਂ ਕਿ ਆਉਣ ਵਾਲੀ ਪੈਸ ਦੀ ਪ੍ਰੀਖਿਆ ਵਿੱਚ ਤੁਹਾਡੇ ਸਾਰਿਆਂ ਦੇ ਚੰਗੇ ਨੰਬਰ ਆਉਣ। ਅਸੀਂ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਉਹ ਆਉਣ ਵਾਲੀ ਪੈਸ ਦੀ ਪ੍ਰੀਖਿਆ ਵਿੱਚ ਆਪਣੇ ਪਰਿਵਾਰ ਦਾ ਅਤੇ ਆਪਣੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਨ। ਧੰਨਵਾਦ।